A small block of mass 100 gram moves with uniform speed in a horizontal circular groove, ठीक है जी, with vertical side wall, ठीक है। उन्हें क्या जी of radius 25 सेंटीमीटर। सिंपल जिहा क्वेश्चन ये हैगा कि भी तुहाडे कोल एक ब्लॉक जिहदा मास 100 ग्राम आ, वो मूव करदा पिया एक यूनीफॉर्म स्पीड नाल किसी सर्कुलर होल दे अंदर, ठीक है। ਉਹਦੇ ਵਿੱਚ मतलब ਤੁਸੀਂ ਕਿਤੇ ਇਹ ਕਹਿ ਲਓ ਕਿ ਵੀ ਤੁਸੀਂ ਡ੍ਰਿਲਿੰਗ ਕਰਦੇ ਪਏ ਹੋ, ਡ੍ਰਿਲਿੰਗ ਕਰਕੇ ਸਰਕੂਲਰ ਗਰੂਵ ਇਹਦੇ ਅੰਦਰ ਮੂਵ ਕਰਦਾ, ਇਹਦੇ ਅੰਦਰ ਮੂਵ ਕਰਦਾ ਪਿਆ। ਮੇਰੇ ਕੋਲ ਇੱਕ ਪਾਰਟ ਜਿਹੜਾ ਵਾ ਬਲੌਕ ਮੂਵ ਕਰਦਾ ਪਿਆ, ਠੀਕ ਹੈ। 100 ਗ੍ਰਾਮ ਦਾ ਬਲੌਕ ਆ, ਕਾਂਸਟੈਂਟ ਸਪੀਡ ਤੇ ਮੂਵ ਕਰਦਾ ਪਿਆ। ਸਰਕੂਲਰ ਗਰੂਵ ਦਾ ਰੇਡੀਅਸ 25 ਸੈਂਟੀਮੀਟਰ ਆ। ਇਫ ਬਲੌਕ ਟੇਕਸ 0.2 ਸੈਕਿੰਡ ਟੂ ਕੰਪਲੀਟ 1 ਰਾਉਂਡ, अपनी पोजीशन तो रोटेट करके, ठीक है जी, एक कंप्लीट रेवोल्यूशन दा टाइम पीरियड 0.2 सेकंड गिवन आ। कैलकुलेट द नॉर्मल कांटेक्ट फोर्स बाय द साइड वॉल ऑफ द ग्रूव। यानी जे पुत क्वेश्चन बनाइए तो इदा कह सकते कि जे आ मेरे को एक ग्रूव गिवन आ, सिर्फ एको चीज समझने वाली इस न्यूमेरिकल च होर कुछ नहीं हैगा, ठीक है। ते जे आ मान लवा कि भी इस थां ते मेरे को जेड़ा पार्टिकल आ या बॉडी जेड़ी मूव करदी पई है दे अंदर इस ग्रूव दे अंदर, ठीक है। रेडियस मैनू डिफाइन कीता है उन्हें, ਇਹਦਾ r वेरिएबल गिवन है मेरे को, रेडियस ਇਹਦਾ ਦਿੱਤਾ ਸੀ ਉਹਨੇ 25 सेंटीमीटर, यानी r ਆਪਣੇ ਕੋਲ 25 सेंटीमीटर गिवन है। और एक रेवोल्यूशन ਇਹਦੀ ਜਿਹੜੀ ਕੰਪਲੀਟ ਹੁੰਦੀ ਪਈ ਉਹਦਾ ਟਾਈਮ ਪੀਰੀਅਡ 0.2 ਸੈਕਿੰਡ गिवन है। ਇਹਨਾਂ ਕਲੀਅਰ ਹੈ ਜੀ? यस सर। ਇਹ ਕਿਹਾ ਸੀਗਾ if block of mass 100 gram moves with a constant speed and time period 0.2 second, find the normal contact force by the side wall of the groove। एक चीज इथे समझाने लग्या, उन्होंने गल नूं समझिए ध्यान नाल। आ मेरे को कोई एक ऐसा च बॉडी आ हॉरिजॉन्टल सरफेस ते पई आ, ਇਹਦਾ weight डाउनवर्ड लाई करदा पिया, ਇਹਦੀ नॉर्मल रिएक्शन किथे है? अपवर्ड perpendicular to the surface। आ मेरे को आ गई है ना। ਇਹਦਾ ਯਾਨੀ ਆਪਾਂ ਪੂਰੇ ਦੀ ਪੂਰੀ ਬਾਡੀ ਦੇ ਐਕਚੁਅਲ ਜੇ ਲੈ ਕੇ ਚੱਲਾਂ ਤਾਂ ਜਿੱਥੇ ਜਿੱਥੇ ਪੁੱਤ ਪੁਆਇੰਟ ਆਫ ਕੰਟੈਕਟ ਹੁੰਦਾ, ਉਸ ਹਰ ਪੁਆਇੰਟ ਆਫ ਕੰਟੈਕਟ ਤੋਂ ਰਿਐਕਸ਼ਨ ਜਨਰੇਟ ਹੁੰਦੀ ਹੈ। ਮਤਲਬ ਜੇ ਮੈਂ ਆਹ ਪੁਆਇੰਟ ਤੋਂ ਲਵਾਂ, ਇੱਥੇ ਰਿਐਕਸ਼ਨ ਆ, ਇੱਥੇ ਰਿਐਕਸ਼ਨ ਆ, ਇੱਥੇ ਰਿਐਕਸ਼ਨ ਆ, ਇੱਥੇ ਅਸੀਂ ਨਾ ਸਾਰੀਆਂ ਰਿਐਕਸ਼ਨ ਦਾ ਟੋਟਲ ਜਿਹੜਾ ਨਾ ਉਹ ਅਸੀਂ ਇਸ ਐਰੋ ਹੈਡ ਦਾ ਦਿਖਾਤਾ ਕਿ ਵੀ ਇਹ ਟੋਟਲ ਨਾਰਮਲ ਰਿਐਕਸ਼ਨ ਆਈ, ਠੀਕ ਹੈ। मैं किसी गल करके इस गल को ऐड करता पाया, गल समझ लियो ध्यान नाल। जे मान लो आ एक कोई कोनिकल शेप च मेरे को बॉडी हैगी आ, ठीक है, एक ज्योमेट्रिकल फिगर गिवन आ और ਇਹਦੇ अंदर मान लो जिवें कोई एक बॉल पई आ, है ना। ਇਹਦਾ भी मास मेरे को m आ, ਇਹਦਾ weight मेरे को mg आ, ठीक है, which is acting in vertical downward direction। ਇਹਦੀ normal reaction ਕਿੱਥੇ ਆ, ਕਿੱਧਰ ਨੂੰ ਹੋਏਗੀ? ऊपर ਨੂੰ ਹੋਏਗੀ। ਕਿਸੇ ਨੂੰ ਲੱਗਦਾ ਹੋਵੇ ਕਿਸੇ ਹੋਰ ਪਾਸੇ? ਸਰ ਪਲੇਨ ਦੇ ਪਰਪੈਂਡੀਕੁਲਰ ਹੋ ਗਈ। ਕੰਟੈਕਟ ਟੂ ਦੀ ਬਿਲਕੁਲ। ਇੱਕ ਪੁਆਇੰਟ ਇੱਥੇ ਦਿਮਾਗ 'ਚ ਜਿਹੜਾ ਆਣਾ ਜ਼ਰੂਰੀ ਹੈ, ਔਰ ਇਸ ਕੁਐਸਚਨ 'ਚ ਵੀ ਉਹ ਵਰਡ ਯੂਜ਼ ਹੋ ਗਿਆ, ਪੁਆਇੰਟ ਆਫ ਕੰਟੈਕਟ। ਉੱਥੇ ਨਾਰਮਲ ਰਿਐਕਸ਼ਨ ਜਦੋਂ ਵੀ ਅਸੀਂ ਦਿਖਾਵਾਂਗੇ ਉਹ ਹਮੇਸ਼ਾ ਗਿਵਨ ਪੁਆਇੰਟ ਆਫ ਕੰਟੈਕਟ ਜਿੱਥੇ ਹੋਏਗਾ ਨਾ ਉੱਥੇ ਹੋਏਗੀ। मतलब जे मैं इस केस के अंदर नॉर्मल रिएक्शन कमाते आप इतना नहीं कह देंगे कि भी आ डायरेक्शन च आ गई, अपवर्ड आ गई, अपवर्ड नहीं आई। ਇਹਦੀ नॉर्मल रिएक्शन ਜਿਹੜੀ ਹੋਏਗੀ ਆ ਜਿੱਥੇ ਪੁਆਇੰਟ ਆਫ ਕੰਟੈਕਟ ਹੈਗੇ ਆ, नॉर्मल रिएक्शन ਉਸ ਥਾਂ ਤੇ ਜਨਰੇਟ ਹੁੰਦੀ ਆ। ਔਰ ਰਿਐਕਸ਼ਨ ਨਾਰਮਲ ਆ, ਮਤਲਬ ਰਿਐਕਸ਼ਨ ਜਿਹੜੀ ਇੱਥੇ ਬਣ ਕੇ ਆਣੀ ਆ ਉਹ ਇਸ ਪੁਆਇੰਟ ਦੇ ਪਰਪੈਂਡੀਕੁਲਰ ਹੈ, ਯਾਨੀ ਇਸ ਡਾਇਰੈਕਸ਼ਨ ਚ ਆਏਗੀ। ਮਤਲਬ ਜੇ ਆ ਸਰਫੇਸ ਆ ਤੁਸੀਂ ਇਹਦਾ ਪਰਪੈਂਡੀਕੁਲਰ ਜਿਹੜਾ ਉਹ ਨਾਰਮਲ ਰਿਐਕਸ਼ਨ ਨੂੰ ਡਿਫਾਈਨ ਕਰਾਂਗੇ। ਇਹਦੀ ਆ ਪੁਆਇੰਟ ਤੋਂ ਵੀ ਨਾਰਮਲ ਰਿਐਕਸ਼ਨ ਇੱਧਰ ਆਈ, ਯਾਨੀ ਇੱਥੇ ਇੱਕ ਨਾਰਮਲ ਰਿਐਕਸ਼ਨ ਨਹੀਂ ਹੈਗੀ। ਨਾਰਮਲ ਰਿਐਕਸ਼ਨ ਹਰ ਉਸ ਪੁਆਇੰਟ ਆਫ ਕੰਟੈਕਟ ਤੇ ਆਏਗੀ ਜਿੱਥੇ ਦੋ ਸਰਫੇਸ ਕੰਟੈਕਟ ਦੇ ਵਿੱਚ ਹੈਗੀਆਂ, ਠੀਕ ਹੈ। ਯਾਨੀ ਆ ਪੁਆਇੰਟਸ ਤੇ ਮੇਰੀ ਨਾਰਮਲ ਰਿਐਕਸ਼ਨ ਆਏਗੀ। ਇਹਨੂੰ ਆਪਾਂ ਨਾਮ ਦੇ ਦਿੰਦੇ ਮੰਨ ਲਓ R1 ਤੇ R2, ਠੀਕ ਹੈ। ਜਿਹੜੀ ਨਾਰਮਲ ਰਿਐਕਸ਼ਨ ਆਈ ਜੇ ਮੈਂ ਇਹਨੂੰ ਸਪਲਿਟ ਕਰ ਲਵਾਂ, ਇਹਨੂੰ ਮੈਂ ਰਿਜ਼ੋਲਵ ਕਰ ਲਵਾਂ, ਇਹਦਾ ਇੱਕ ਕੰਪੋਨੈਂਟ ਹੌਰੀਜ਼ੌਂਟਲ ਆ ਜੂ, ਇਹਦਾ ਇੱਕ ਕੰਪੋਨੈਂਟ ਵਰਟੀਕਲ ਆ ਜੂ। ਇਹਦੀ ਆ ਨਾਰਮਲ ਰਿਐਕਸ਼ਨ ਦਾ ਇੱਕ ਕੰਪੋਨੈਂਟ ਹੌਰੀਜ਼ੌਂਟਲ ਆ ਜੂ, ਇੱਕ ਕੰਪੋਨੈਂਟ ਵਰਟੀਕਲ ਆ ਜੂ। ਹੁਣ ਇੱਥੇ ਕਿਉਂਕਿ ਦੋਨਾਂ ਪੁਆਇੰਟ ਆਫ ਕੰਟੈਕਟ ਤੇ, ਠੀਕ ਹੈ ਜੀ, ਮੇਰੇ ਕੋਲ ਐਸ ਸੱਚ ਅਸੀਂ ਇਹ ਮੰਨ ਕੇ ਚੱਲਦੇ ਮਾਸ ਦੀ ਡਿਸਟ੍ਰੀਬਿਊਸ਼ਨ ਯੂਨੀਫਾਰਮ ਆ, ਯਾਨੀ ਬਾਲ ਦੇ ਅੰਦਰ ਪੂਰਾ ਮਾਸ ਯੂਨੀਫਾਰਮਲੀ ਡਿਸਟ੍ਰੀਬਿਊਟਡ ਆ। ਇਸ ਲਈ ਆ ਰਿਐਕਸ਼ਨਸ ਇਕੁਅਲ ਹੋਣ ਕਰਕੇ ਇਹਨਾਂ ਦੇ ਹੌਰੀਜ਼ੌਂਟਲ ਕੰਪੋਨੈਂਟ ਆਪਸ ਵਿੱਚ ਇਕੁਅਲ ਵੀ ਆ ਤੇ ਆਪੋਜ਼ਿਟ ਵੀ ਆ, ਉਹ ਕੈਨਸਲ ਹੋ ਜਾਣੇ ਤੇ वर्टिकल कंपोनेंट ऐड करके
करके टोटल नॉर्मल रिएक्शन बनी जिन्हों ਅਸੀਂ ਆ ਕਹਿ ਸਕਦੇ ਕਿ ਵੀ ਹਾਂ ਉਹ ਇੱਥੇ ਆ ਗਈ। ठीक है, ਇਹਦਾ मतलब ਐਸ ਸੱਚ ਅਸੀਂ ਸਿੱਧਾ ਨਹੀਂ ਕਹਿੰਦੇ ਕਿ ਨਾਰਮਲ ਰਿਐਕਸ਼ਨ ਅਪਵਰਡ ਹੀ ਆਣੀ ਆ। ਨਾਰਮਲ ਰਿਐਕਸ਼ਨ ਹਮੇਸ਼ਾ ਪੁਆਇੰਟ ਆਫ ਕੰਟੈਕਟ ਤੇ ਆ। ਜਦੋਂ ਇੱਕ ਬਾਡੀ ਨੇ ਇੱਕ ਪੁਆਇੰਟ ਤੇ ਐਕਸ਼ਨ ਪਰਫਾਰਮ ਕੀਤਾ ਦੂਜੀ ਬਾਡੀ ਨੇ ਉਸੇ ਪੁਆਇੰਟ ਤੇ ਜਿਹੜਾ ਵਾ ਉਹ ਰਿਐਕਸ਼ਨ ਵੀ ਜਨਰੇਟ ਕਰਕੇ ਦੇਣੀ। ਇਸ ਲਈ ਨਾਰਮਲ ਰਿਐਕਸ਼ਨ ਮੇਰੇ ਕੋਲ ਇਹਨਾਂ ਪੁਆਇੰਟਸ ਤੇ ਆਈ। ਕਿ ਆ ਗੱਲ ਸਮਝ ਲੱਗੀ? Yes, sir. कि जिथे पॉइंट ऑफ कांटेक्ट होएगा बॉडी दा सिर्फ उस पॉइंट ऑफ कांटेक्ट दे परपेंडिकुलर रिएक्शन जनरेट होनी। एक्शन दा रिएक्शन जेड़ा बन के आना उस पॉइंट ते यानी पॉइंट ऑफ कांटेक्ट ते परपेंडिकुलर आना। ते जे आ पॉइंट ऑफ कांटेक्ट आ ते इस पॉइंट ऑफ कांटेक्ट दा परपेंडिकुलर बनाऊंगा। जे आ पॉइंट ऑफ कांटेक्ट आ ते इथे परपेंडिकुलर। इथे हवा दे विच किते मेरे को ऐसा च कांटेक्ट नहीं हैगा ते जे इथे किते कांटेक्ट नहीं हैगा ते इस हिस्से दे अंदर ਅਸੀਂ रिएक्शन नहीं दिखावांगे। ठीक है, जे ਅਸੀਂ ਆ ਸਿੰਪਲ ਆ ਕਹਿੰਨੇ ਕਦੀ ਕਿ ਵੀ ਉੱਪਰ ਨੂੰ ਆਈ ਆ ਉਹ ਇਦਾਂ ਹੀ ਨਹੀਂ ਆਈ। ਬੇਸਿਕਲੀ ਇਹ ਜਿਹੜੀਆਂ ਰਿਐਕਸ਼ਨਸ ਨੇ ਇਹਨੂੰ ਰਿਜ਼ੋਲਵ ਕਰਕੇ ਹੌਰੀਜ਼ੌਂਟਲ ਕੰਪੋਨੈਂਟ ਕੈਨਸਲ ਕਰਕੇ ਵਰਟੀਕਲ ਕੰਪੋਨੈਂਟ ਉੱਪਰ ਆਏ ਆ ਜਿਹਦੇ ਕਰਕੇ ਅਸੀਂ ਰਿਜ਼ਲਟੈਂਟ ਰਿਐਕਸ਼ਨ ਕਹਿ ਦਿੰਦੇ ਕਿ ਵੀ ਆ ਲਾਈਨ ਤੇ ਆ। ਹੁਣ ਇਸ ਲਾਈਨ ਦੀ ਮੈਨੂੰ ਕੁਐਸਚਨ 'ਚ ਕੀ ਲੋੜ ਪੈ ਗਈ? ਉਹਨੇ ਕੁਐਸਚਨ 'ਚ ਲਾਈਨ ਮੈਂ ਇੱਕ ਲਾਸਟ ਦੁਬਾਰਾ ਬੋਲ ਰਿਹਾ ਉਹ ਧਿਆਨ ਨਾਲ ਸਮਝਣ ਵਾਲੀ ਸੀਗੀ। ਉਹਨੇ ਕੁਐਸਚਨ 'ਚ ਕਿਹਾ ਸੀ ਫਾਈਂਡ ਦਾ ਨਾਰਮਲ ਕੰਟੈਕਟ ਫੋਰਸ। ठीक है, फाइंड द नॉर्मल कांटेक्ट फोर्स बाय द साइड वॉल ऑफ द ग्रूव। आ जेड़ा ग्रूव बनया होया ठीक है जी, इस ग्रूव दी जेड़ी साइड वॉल हैगी आ इथे नॉर्मल कांटेक्ट जेड़ा बॉडी दे नाल आया ठीक है जी, एदी डायरेक्शन दियो मेरे कोल की आ गई। कि इन्नी गल समझ लगी? Yes, sir. Yes, sir. चल हुन जे मैं इस मोमेंट नॉर्मल रिएक्शन को तो फाइंड आउट करनी है ते मेनू एक चीज इत्थे क्लियर होवे इस पॉइंट तो जेडी नॉर्मल रिएक्शन आनी पॉइंट ऑफ कांटेक्ट टुवर्ड्स द सेंटर ते फिर जेडी मेरे को ऐसा च नॉर्मल रिएक्शनल फोर्स टुवर्ड्स द सेंटर लगदी आ वो मेरी सेंट्रीपिटल फोर्स बनू। Yes, sir. इस कर जे ये मेरी टुवर्ड्स द सेंटर सेंट्रीपिटल फोर्स दा रोल प्ले करदी पई एवं जेडी तुसी नॉर्मल कांटेक्ट फोर्स कढनी आ जेडी तुसी नॉर्मल कांटेक्ट फोर्स कढनी आ है ना ये नॉर्मल कांटेक्ट फोर्स इस इंस्टेंट ते सेंट्रीपिटल फोर्स तो बन के आनी। इस करके जे मैं नॉर्मल कांटेक्ट फोर्स कढनी है तुसी सेंट्रीपिटल फोर्स कढ दियो वो ਤੁਹਾਡੀ इस पॉइंट ते नॉर्मल कांटेक्ट फोर्स दे कहंदा जी इक्विवेलेंट गिनी जाएगी। इस करके जे मैं इस न्यूमेरिकल च f फाइंड आउट करना कि अपना फार्मूला इस मूवमेंट पे वो ये होएगा क्योंकि बॉडी सर्कुलर पाथ पे मूव करदी पई बेटा इसलिए नॉर्मल कांटेक्ट फोर्स जेडी आ वो mv²/r आ जाएगी। ठीक है, या एदी थां पे ਆਪਾਂ टाइम पीरियड ਦੀ ਫਾਰਮ ਚ ਲੈ ਚੱਲੀਏ ਇਹਨੂੰ ਤੇ ਇਹਦਾ ਮਤਲਬ v ਨੂੰ ਤੁਸੀਂ ਓਮੇਗਾ ਦੀ ਫਾਰਮ ਚ ਔਰ ਓਮੇਗਾ ਨੂੰ ਤੁਸੀਂ ਟਾਈਮ ਪੀਰੀਅਡ ਦੀ ਫਾਰਮ ਚ ਲਿਖ ਸਕਦੇ। ਕੀ ਫਾਰਮੂਲਾ ਬਣ ਜਾਏਗਾ ਜੀ? mr omega square mr ओमेगा स्क्वायर और अगियों ओमेगा नु टाइम पीरियड दी फॉर्म च कन्वर्ट करो की आ जाएगा ओमेगा दी थां पे 2 pi by t 2 pi by t ਤੇ 2 pi by t ਦਾ होल स्क्वायर कर लो तो आ गया अपने को 4 pi square by t square। ਤੇ बेटा मास ऑफ द अपने को बॉडी भी गिवन है ठीक है जी, रेडियस ऑफ सर्कल भी गिवन है, टाइम पीरियड भी गिवन है। इस फॉर्मूले च वेरिएबल पुट अप कर लो तो मेरी नॉर्मल कांटेक्ट फोर्स जेडी वो कैलकुलेट हो जाए। क्या इतना क्लियर है? yes yes Yes, sir. क्लियर है न्यूमेरिकल? yes चल अपने जेडे न्यूमेरिकल से मैं कल देखो शीट्स कोई रह गया कि कंप्लीट आ जल्दी जल्दी मेरे ख्याल ना लास्ट यही सीगा इस तो बाद कोई नहीं लिखाया सी और हाँ जी पुत्र कंप्लीट है शीट complete है sir चलो yes sir अपने को जेडे ने वर्क एनर्जी वाली शीट खोल लो ठीक है वो करिए जी। चैप्टर अपना वर्क एनर्जी पावर न्यूमेरिकल नंबर 9। हाँ समीक्षा बोल एंगल साइन दा कॉस दा या tan दा ठीक है किसी दा भी एंगल आवे ਜਦੋਂ ट्रिग्नोमेट्रिक टेबल तो ਤੁਸੀਂ एंगल देखते हो तो एंगल देखने का मैथड की ਸੀਗਾ ਉਹਦੀ ਗੱਲ ਕਰ ਰਹੇ ਹਾਂ। कोई भी टेबल जे ऐसा च ਆਪਾਂ ਲੈ ਕੇ ਚੱਲੀਏ ਉਹਦਾ ਜਨਰਲ ਪਹਿਲੋਂ ਟੇਬਲ 'ਚ ਹੈ ਕੀ ਉਹ ਦੱਸਣ ਲੱਗਿਆ ठीक है।
उस टेबल ਨੂੰ ਪੁੱਤ ਤੁਸੀਂ ਜਦੋਂ ਐਸਐਚ x ਔਰ y ਐਕਸਿਸ ਦੇ ਅਲੋਂਗ ਲੈ ਕੇ ਚੱਲਦੇ ਹੋ ਹੌਰੀਜ਼ੌਂਟਲ ਤੇ ਵਰਟੀਕਲ ਲਾਈਨ ਦੇ ਅਲੋਂਗ, ਇੱਕ ਸਭ ਤੋਂ ਪਹਿਲਾਂ ਸਾਡੇ ਕੋਲ ਕਾਲਮ ਬਣਦਾ, ਉੱਤੇ ਡਿਗਰੀਜ਼ ਡਿਫਾਈਨਡ ਆ। ਠੀਕ ਹੈ, ਜਿਨ੍ਹਾਂ ਨੇ ਤੇ ਅੱਗੇ ਸਮਝਿਆ ਉਹਨਾਂ ਨੂੰ ਪਤਾ ਹੋਏਗਾ, ਜਿਹੜੇ ਨੇ ਪਹਿਲਾਂ ਨਹੀਂ ਕੀਤਾ, ਕਿ ਜਿਹੜਾ ਟੇਬਲ ਤੁਹਾਡੇ ਕੋਲ ਦਿੱਤਾ ਹੋਇਆ, ਇੱਕ ਪੇਜ ਮੈਂ ਸਾਈਨ ਦਾ ਉਹਦੇ ਚ ਭੇਜਿਆ ਵਾ ਤੁਹਾਨੂੰ, ਇੱਕ cos ਦਾ, ਪਰ ਇਦਾਂ ਹੀ ਸਾਈਨ ਦਾ ਵੀ ਟੇਬਲ ਪੂਰਾ ਵਾ ਆਪਣੇ ਆਪ ਚ, cos ਦਾ ਵੀ, tan ਦਾ ਵੀ। ਸਾਈਨ ਦਾ ਟੇਬਲ ਤੇ tan ਦਾ ਟੇਬਲ ਦੇਖਣ ਦਾ ਮੈਥਡ ਸੇਮ ਆ, cos ਦਾ ਟੇਬਲ ਦੇਖਣ ਦੇ ਮੈਥਡ 'ਚ ਇੱਕ ਚੇਂਜ ਆਣੀ ਆ। cos ਦੇ ਟੇਬਲ ਦੇ ਉੱਤੇ ਤੁਸੀਂ ਇੱਕ ਲਾਈਨ ਪੜੋਗੇ, ਠੀਕ ਹੈ, ਮੀਨ ਡਿਫਰੈਂਸ ਟੂ ਬੀ ਸਬਟ੍ਰੈਕਟਡ। ਠੀਕ ਹੈ, ਜਦ ਕਿ ਜਿਹੜੇ ਤੁਹਾਡੇ ਸਾਈਨ ਦਾ ਟੇਬਲ ਤੇ tan ਦਾ ਟੇਬਲ ਆ, ਉਹ 'ਚ ਇਹ ਲਾਈਨ ਲਿਖੀ ਨਹੀਂ ਮਿਲੇਗੀ। ਠੀਕ ਹੈ, ਸਿਰਫ ਇਸ ਇੱਕ ਲਾਈਨ ਦਾ ਡਿਫਰੈਂਸ ਕੀ ਆ ਨਾ, ਉਹਦੀ ਗੱਲ ਕਰਾਂਗਾ। ਫਸਟ ਕਾਲਮ ਟੇਬਲ ਦੇ ਅੰਦਰ ਡਿਗਰੀਜ਼ ਆ, ਇਹਦੇ ਅੰਦਰ ਤੁਹਾਡੇ ਕੋਲ ਐਸਐਚ ਡਿਗਰੀਜ਼ ਲਿਖੀਆਂ ਹੋਈਆਂ। ठीक है, 1 2 3 4 इसे बिना चलते चलते दो पेजेस से 90 तक डिग्रीज आ जानी है। ठीक है, इस साइड में जो चलोगे इथे दो चीज़ां लिखियां हुई, एक लिखा तुहाडे कोल उत्ते 0 डिग्री 0 मिनट। ठीक है, उस तो बाद लिखा जी 0.1 डिग्री 0.1 डिग्री 6 मिनट, फिर लिखा 0.2 डिग्री 12 मिनट। इसे बिना चलते हुए 0.3 डिग्री 18 मिनट, यानी मिनट का टेबल पढ़ते चलो तो 6 के मल्टीपल जब आप चलते पे, इसे बिना चलते चलते इतने जाके अपने को एक कॉलम आ जाता। ठीक है जी, और उस कॉलम चो ने लिखा 0.9 डिग्री 54 मिनट। ठीक है, ये एक मेन टेबल का पार्ट बन गया। इस तो बाद 5 कॉलम सैपरेट दिते हुए आ, उहदा हैडिंग हैगा तुहाडे कोल उत्ते मीन डिफरेंस, मीन डिफरेंस। ठीक है, और ਇਹਦੇ नीचे अपने को 5 वैल्यूज लिखिया 1 2 3 4 एंड 5। इना क्लियर है जी साਰਿਆਂ ਨੂੰ? यस सर। चल ਹੁਣ ਉਸ ਤੋਂ ਬਾਅਦ यस सर। ਇੱਥੇ ਦੇਖੋਗੇ ਨਾ, ਇੱਥੇ ਸਾਰਾ ਟੇਬਲ ਆਪਣੀ ਵੈਲਿਊਜ਼ ਨਾਲ ਫਿਲ ਕੀਤਾ ਹੋਇਆ ਨੇ, ਔਰ ਉਹ ਸਾਰੀਆਂ ਵੈਲਿਊਜ਼ ਵਿਦ ਡੈਸੀਮਲ ਆ, 0.8642 0.9241 ਜੋ ਮਰਜ਼ੀ ਬੋਲੀ ਚਲੋ, ਸਾਰੀਆਂ ਵੈਲਿਊਜ਼ ਮੇਰੇ ਕੋਲ ਜਿਹੜੀਆਂ ਵਿਦ 4 ਡੈਸੀਮਲ ਪਲੇਸਿਸ 'ਚ ਦਿੱਤੀਆਂ ਹੋਈਆਂ, ਔਰ ਕੋਈ ਵੈਲਿਊ 1 ਤੋਂ ਗ੍ਰੇਟਰ ਨਹੀਂ ਦਿੱਤੀ ਹੋਈ। ਠੀਕ ਹੈ, ਕਿਉਂਕਿ ਸਾਈਨ ਦੀ cos ਦੀ ਵੈਲਿਊ ਜਿਹੜੀ ਆ ਉਹ 1 ਤੋਂ ਗ੍ਰੇਟਰ ਨਹੀਂ ਹੁੰਦੀ, ਇਸ ਲਈ ਉਹ ਟੇਬਲ 1 ਤੱਕ ਹੀ ਉਹਨੇ ਤੁਹਾਨੂੰ ਡਿਫਾਈਨ ਕਰਨਾ। ਠੀਕ ਹੈ, ਜੇ ਹੁਣ ਇਹਦੇ ਅਕ੍ਰੋਸ ਆਪਾਂ ਮੂਵ ਕਰੀਏ, ਕਿਸੇ ਨੂਮੈਰੀਕਲ 'ਚ ਜਦੋਂ ਆਪਾਂ ਸੋਲਵ ਕਰਦੇ ਹਾਂ, ਮੰਨ ਲਓ ਕਿਸੇ ਨੂਮੈਰੀਕਲ ਦੇ ਅੰਦਰ ਕੁਝ ਇਸ ਵੇ ਨਾਲ ਵੈਲਿਊ ਗਿਵਨ ਆ, sin θ = 4/5। ठीक है, sin θ = 4/5। ਅਸੀਂ ਉੱਥੇ θ ਦੇਖਣਾ ਕਿੰਨੇ ਡਿਗਰੀ ਕਿੰਨੇ ਮਿੰਟ ਦਾ ਐਂਗਲ ਆਂਦਾ ਪਿਆ। ਅਸੀਂ ਇਹਨੂੰ ਜੇ ਰੀਡ ਆਊਟ ਕਰੀਏ, ਜਿਹੜਾ ਮੇਰੇ ਕੋਲ ਇਸ ਵੇਲੇ ਵੈਲਿਊ ਬਣੀ, ਇਹ 0.8 ਆ ਗਿਆ। ਠੀਕ ਹੈ, ਆਪਣੇ ਕੋਲ ਹੋਰ ਨਹੀਂ ਕੋਈ ਪਲੇਸ ਤੇ ਆਪਾਂ ਇਹਨੂੰ SH 0.800 ਲਿਖ ਲਿਆ। ਇਹਨੀ ਗੱਲ ਕਲੀਅਰ ਹੈ ਪਹਿਲਾਂ? ਹਾਂਜੀ ਸਰ। yes sir, ਉਹ ਤਾਂ यस सर। ਮੈਂ ਇਸ ਲਈ ਧਿਆਨ ਨਾਲ ਸਮਝ ਲਿਓ, ਜੇ ਡਾਊਟ ਹੋਇਆ ਤਾਂ ਜ਼ਰੂਰ ਬੋਲ ਦਿਓ। ਠੀਕ ਹੈ, sin θ यस सर। ਆ ਗਈ। ਹੁਣ ਜਦੋਂ sin θ ਦੀ ਆ ਵੈਲਿਊ ਆਈ ਆ, ਆਪਾਂ ਨੂੰ ਇਹ ਨਹੀਂ ਪਤਾ ਕਿੰਨੇ ਡਿਗਰੀ ਕਿੰਨੇ ਮਿੰਟ ਦਾ ਉਹ ਐਂਗਲ ਹੋਏਗਾ ਜਿਹਦੀ ਵੈਲਿਊ ਇੰਨੀ ਗਿਵਨ। ਹੁਣ ਇੱਥੇ ਜਾ ਕੇ ਫਿਰ ਮੈਨੂੰ ਟ੍ਰਿਗਨੋਮੈਟ੍ਰਿਕ ਟੇਬਲ ਚਾਹੀਦਾ। ਮੈਂ ਟੇਬਲ ਦੇ ਅੰਦਰ ਲੋਕੇਟ ਕਰਾਂਗਾ, ਪੂਰੇ ਟੇਬਲ ਦੇ ਅੰਦਰ ਆ ਮੇਨ ਟੇਬਲ ਜਿਹੜਾ 54 ਮਿੰਟ ਤੱਕ ਬਣਿਆ, ਇੰਨੇ ਦੇ ਵਿੱਚੋਂ ਅਸੀਂ ਆ ਵੈਲਿਊ ਲੱਭਾਂਗੇ। ਠੀਕ ਹੈ, ਲੈਟ ਮੀ ਸੇ ਇਧਰ ਕਿਤੇ ਕੋਈ ਵੈਲਿਊ ਵੈਸੇ ਲਿਖਣ ਲੱਗਿਆ, ਮੰਨ ਲਓ ਇੱਥੇ ਮੇਰੇ ਕੋਲ ਕੋਈ ਵੈਲਿਊ ਲਿਖੀ ਹੋਈ ਆ 63 ਵਾਲੀ ਰੋ 'ਚ ਜਾ ਕੇ ਮੈਂ ਅਚਾਨਕ ਦੇਖਿਆ ਇੱਥੇ ਇੱਕ ਵੈਲਿਊ ਲਿਖੀ ਸੀ ਕਿ 0.7991। ਠੀਕ ਹੈ, ਔਰ ਇੱਥੇ ਅਗਲੀ ਕਾਲਮ 'ਚ ਵੈਲਿਊ ਲਿਖੀ ਸੀ ਕਿ 0.8004। ਠੀਕ ਹੈ, ਹੁਣ ਜਿਹੜੀ ਵੈਲਿਊ ਤੁਸੀਂ ਲੱਭਦੇ ਪਏ, ਜੇ ਤੇ ਐਗਜ਼ੈਕਟ ਇੱਥੇ ਪੂਰੀ ਉਹ ਵੈਲਿਊ ਲੱਭ ਜਾਂਦੀ, ਫਿਰ ਅਸੀਂ ਇੱਥੋਂ ਪੜ ਲੈਣਾ ਸੀ ਕਿ ਮੰਨ ਲਓ ਜਸਟ ਵੈਸੇ ਵੈਲਿਊ ਚੇਂਜ ਪਹਿਲਾਂ ਕਰਨ ਲੱਗਿਆ, ਮੰਨ ਲਓ ਇੱਥੇ ਪੂਰਾ ਹੀ ਲਿਖਿਆ ਹੋਇਆ 8000। ਇਹਦਾ ਮਤਲਬ ਹੋ ਗਿਆ ਕਿ ਵੀ ਆਹ ਵੈਲਿਊ ਜਿਹੜੀ ਆ ਇਹ ਮੇਰੇ ਕੋਲ ਦੱਸੇਗੀ ਕਿ 63 ਡਿਗਰੀ ਦਾ ਐਂਗਲ ਆ। ਠੀਕ ਹੈ, ਤੇ ਨਾਲ ਇਧਰੋਂ ਮੇਰੇ ਕੋਲ 12 ਮਿੰਟ ਆ। ਇਹਦਾ ਮਤਲਬ ਆ ਜਿਹੜਾ ਮੇਰੇ ਕੋਲ ਸੈੱਲ ਬਣਿਆ, ਇਸ ਸੈੱਲ ਦਾ ਇਧਰੋਂ ਜਿਹੜੀ ਵੈਲਿਊ 63 ਡਿਗਰੀ ਆ, ਇਧਰੋਂ ਉਹਦੀ ਵੈਲਿਊ ਮੇਰੇ ਕੋਲ 0.2 ਡਿਗਰੀ, ਤੇ ਜਾਂ ਇਹ ਕਹਿ ਦਾਂਗਾ 12 ਮਿੰਟ। ਠੀਕ ਹੈ, ਐਂਗਲ ਅਸੀਂ ਦੋ ਵੇ ਨਾਲ ਡਿਫਾਈਨ ਕਰਦੇ ਹਾਂ, ਐਂਗਲ ਡਿਗਰੀ 'ਚ ਵੀ ਡਿਫਾਈਨਡ ਆ, ਐਂਗਲ ਮਿੰਟ 'ਚ ਵੀ ਡਿਫਾਈਨਡ ਆ। ਠੀਕ ਹੈ, ਅਸੀਂ ਡਿਫਾਈਨ ਕਰਦੇ ਹਾਂ ਕਿ ਤੁਹਾਡੇ ਕੋਲ ਐਸਐਚ 60 ਮਿੰਟ 1 ਡਿਗਰੀ ਦੇ ਬਰਾਬਰ ਹੁੰਦੇ ਆ। 60 ਮਿੰਟ ਦਾ ਐਂਗਲ 1 ਡਿਗਰੀ ਦੇ ਬਰਾਬਰ ਅਸੀਂ ਕੰਸੀਡਰ ਕਰਦੇ ਹਾਂ। ਠੀਕ ਹੈ, ਇਸ ਲਈ 0.1 ਡਿਗਰੀ 6 ਮਿੰਟ ਬਣ ਗਈ।
ठीक है एंगल जो हुण मैं इहदे अकॉर्डिंगली लिखना ते जे आ पूरा पूरा वैल्यू मैंने इत्थे मिलदी इहनूं मैं इदां लिख देना सी 0.8000 जिहड़ी आई आ इट इज इक्वल टू साइन ऑफ 63 डिग्री साइन ऑफ 63 डिग्री ठीक है 63 डिग्री ते 12 मिनट इहनूं मैं इदां लिखांगा ते जे मान लो मैं दोनों पासे डिग्री ही चुकनी होवे ते फिर इनू मैं इदा पढ़ना सी साइन ऑफ 63.2 डिग्री क्या इन्नी गल समय लगी Yes, sir. Yes, sir. Yes, sir. ये गल साइन दा होवे भाਵੇਂ tan दा होवे दोनों च यही मेथड आ ठीक है cos दा होवे तां भी इदां ही आ हजे तक ठीक है ਜਦੋਂ तक ਅਸੀਂ मीन डिफरेंस वाले कॉलम च नहीं जाते टेबल पढ़न दा मेथड ਇੱਕੋ ਹੀ है ठीक है जी ये साइन दी वैल्यू आ गई ਆ ਅਸੀਂ ਨਾਰਮਲੀ ਜਦੋਂ ਸਾਰਾ ਹੀ ਐਂਗਲ ਡਿਗਰੀ ਚ ਲਿਖਣਾ ਨਾ ਤਾਂ ਵਿਦ ਡੈਸੀਮਲ ਲਿਖਦੇ ਆ ਪਰ ਅਸੀਂ ਇਹਨੂੰ ਮੈਥਡ ਨੂੰ ਪ੍ਰੈਫਰ ਨਹੀਂ ਕਰਦੇ ਉਹਦਾ ਕਾਰਨ ਇਹ ਆ ਕਿ ਜੇ ਇਧਰੋਂ ਮੰਨ ਲਓ ਪੂਰੀ ਵੈਲਿਊ ਨਹੀਂ ਬਣੀ ਠੀਕ ਹੈ ਜਦੋਂ ਹੁਣ ਆ ਵਾਲੀ ਵੈਲਿਊ ਆ ਆਪਣੀ ਇੱਥੇ ਵੈਲਿਊ ਲਿਖੀ 0.7992 ਠੀਕ ਹੈ ਜੀ ਹੁਣ ਜੇ ਪੂਰੀ ਵੈਲਿਊ ਨਹੀਂ ਮਿਲਦੀ ਉਦੋਂ ਮੈਨੂੰ ਆ ਮੀਨ ਡਿਫਰੈਂਸ ਵਾਲੇ ਜਿਹੜੀ 5 ਵੈਲਿਊਜ਼ ਨੇ ਇਹਦੀ ਲੋੜ ਪੈਣੀ ਆ ਇਹ ਮੇਰੇ ਆਪਣੇ ਆਪ ਚ 5 ਮਿੰਟਸ ਨੇ ठीक है आप इन्हें इदा डिफाइन कर देने जे ते 6 मिनट देखा 6 मिनट तो बाद 12 मिनट दे विच ने 5 मिनट मिसिंग आ ਅਸੀਂ ਦੱਸ ਦਿੰਨੇ 6 ਮਿੰਟ ਇਹਦੇ ਵਿੱਚ ਜਿੰਨੀ 6 ਮਿੰਟ ਦੀ ਵੈਲਿਊ ਚ 1 ਮਿੰਟ ਦੀ ਵੈਲਿਊ ਪਲੱਸ ਕਰ ਲਓ 7 ਮਿੰਟ 8 ਮਿੰਟ 9 ਮਿੰਟ 10 ਮਿੰਟ ਤੇ 11 ਮਿੰਟ ਆ ਗਏ ਮੁੜ ਕੇ ਫਿਰ 12 ਮਿੰਟ ਆ ਜੂ ਫਿਰ ਇਹ ਚ 12 ਮਿੰਟ ਚ ਆ ਵੈਲਿਊ ਪਲੱਸ ਕਰ ਲਓ 13 ਮਿੰਟ 14 ਮਿੰਟ 15 ਮਿੰਟ 16 ਮਿੰਟ 17 ਮਿੰਟ 18 ਮਿੰਟ ਆ ਗਏ ਇਸੇ ਵੇ ਨਾਲ ਸਾਰਾ ਟੇਬਲ ਪੜਾਂਗੇ और ये 5 मिनट्स ਦੇ ਵਿੱਚ ਵੈਲਿਊਜ਼ ਆ ਇਸ ਲਈ ਜੇ ਮੈਂ ਮਿੰਟ ਚ ਵੈਲਿਊ ਤੇ ਇਧਰੋਂ ਵੀ ਮਿੰਟ ਦੀ ਵੈਲਿਊ ਲਿੱਤੀ ਹੋਏਗੀ ਤੇ ਮਿੰਟ ਉਹ ਚ ਸਿੱਧੇ ਪਲੱਸ ਕਰੂੰਗਾ ਨਹੀਂ ਤਾਂ ਜਿੰਨੇ ਮਿੰਟ ਇਧਰੋਂ ਬਣੇ ਉਹਨਾਂ ਮਿੰਟਸ ਨੂੰ ਬੋਰਡ ਦਿਖ ਰਿਹਾ ਕਲੀਅਰ ਸਾਰਿਆਂ ਨੂੰ Yes, sir. Yes, sir. Yes, sir. ਤੇ ਥੋੜਾ ਜਿਹਾ ਆਪਣੀ ਲੋਕੇਸ਼ਨ ਕਿਤੇ ਚੇਂਜ ਕਰਕੇ ਦੇਖ ਬੇਟਾ ਤੇਰੇ ਨੈਟਵਰਕ ਦੀ ਪ੍ਰੋਬਲਮ ਹੋ ਸਕਦੀ ठीक है इसलिए टेबल ਦੇ ਅੰਦਰ ਜਦੋਂ ਐਸਾ ਚ ਅਸੀਂ ਇਧਰੋਂ ਮਿੰਟ ਚ ਵੈਲਿਊ ਪੜੀ ਔਰ ਇਧਰੋਂ ਡਿਗਰੀ ਦੇ ਵਿੱਚ ਤੇ ਆ ਮਿੰਟ ਨੂੰ ਪਹਿਲਾਂ ਡਿਗਰੀ ਚ ਕਨਵਰਟ ਕਰਨਾ ਪਏਗਾ ਠੀਕ ਹੈ ਉਹਦੇ ਨਾਲੋਂ ਬੈਟਰ ਇਹ ਹੁੰਦਾ ਕਿ ਇਧਰੋਂ ਵੀ ਵੈਲਿਊ ਮਿੰਟ ਚ ਪੜ ਲਓ ਇਧਰੋਂ ਵੀ ਵੈਲਿਊ ਮਿੰਟ ਉਹ ਫਿਰ ਮਿੰਟ ਔਰ ਮਿੰਟ ਆਪਸ ਚ ਈਜ਼ੀ ਐਡਜਸਟ ਹੋ ਜਾਣੇ ਇਸ ਕਰਕੇ ਆਪਾਂ ਆ ਵੈਲਿਊ ਜਿਹੜੀ ਇਧਰੋਂ ਮਿੰਟ ਦੇ ਨਾਲ ਪੜ ਲੈਣੇ ਠੀਕ ਹੈ ਤਾਂ ਕਿ ਆ ਮਿੰਟ ਜਿਹੜੇ ਵਿੱਚ ਆਪਾਂ ਈਜ਼ੀਲੀ ਐਡਜਸਟ ਕਰ ਪਾਈਏ ਕਿੰਨੀ ਗੱਲ ਸਮਝ ਲੱਗੀ Yes, sir. Yes, sir. ਤੇ ਵੈਲਿਊ ਦੀ ਗੱਲ ਫੇਰ ਦੁਬਾਰਾ Yes. ਵੈਲਿਊ ਆਪਾਂ ਦੇਖਣੀ ਆ ਜਿਹੜੀ ਵੈਲਿਊ ਆਪਾਂ ਦੇਖਣੀ ਆ ਮੰਨ ਲਓ ਟੇਬਲ 'ਚ ਹੈ ਨਹੀਂ ਗੀ ਪੂਰੀ ਫਿਰ ਜਦੋਂ ਤੁਸੀਂ ਟੇਬਲ ਹੁਣ ਗੱਲ ਧਿਆਨ ਨਾਲ ਸੁਣ ਲਿਓ ਜਦੋਂ ਟੇਬਲ ਤੁਸੀਂ ਸਾਈਨ ਦਾ ਜਾਂ ਟੈਨ ਦਾ ਦੇਖਦੇ ਹੋਵੋਗੇ ਸਾਈਨ ਔਰ ਟੈਨ ਦੋਨਾਂ ਦੇ ਟੇਬਲ ਦੇ ਵਿੱਚ ਹਮੇਸ਼ਾ ਪਹਿਲੋਂ ਵੈਲਿਊ ਛੋਟੀ ਲਿਖੀ ਹੁੰਦੀ ਆ ਕਿਉਂਕਿ ਸਾਈਨ ਔਰ ਟੈਨ ਦੋਨੋਂ ਇਨਕਰੀਜ਼ਿੰਗ ਫੰਕਸ਼ਨ ਆ ਜਿੱਦਾਂ ਜਿੱਦਾਂ ਥੀਟਾ ਵੱਧਦਾ ਸਾਈਨ ਦੀ ਵੈਲਿਊ ਵੱਧਦੀ ਆ ਟੈਨ ਦੀ ਵੈਲਿਊ ਵੱਧਦੀ ਆ cos ਦੀ ਵੈਲਿਊ ਪੁੱਠੀ ਚੱਲਦੀ ਆ cos ਦੀ ਵੈਲਿਊ ਡਿਕਰੀਜ਼ਿੰਗ ਥੀਟਾ ਹੁੰਦੀ ਆ ਮਤਲਬ cos ਦਾ 0 ਡਿਗਰੀ ਐਂਗਲ ਆ ਤੇ ਵੈਲਿਊ 1 ਵਾ ਠੀਕ ਹੈ ਜੇ ਐਂਗਲ ਵੱਧ ਰਿਹਾ ਤੇ ਵੈਲਿਊ ਘਟ ਰਹੀ ਆ ਇਸ ਲਈ ਜਦੋਂ ਸਾਈਨ ਦਾ ਤੇ ਟੈਨ ਦਾ ਟੇਬਲ ਦੇਖੋਗੇ ਪਹਿਲਾਂ ਛੋਟੀ ਵੈਲਿਊ ਮਿਲੂਗੀ ਜੇ cos ਦਾ ਟੇਬਲ ਦੇਖਾਂਗਾ ਤਾਂ ਪਹਿਲਾਂ ਵੱਡੀ ਵੈਲਿਊ ਮਿਲੂਗੀ ਇੰਨੀ ਗੱਲ ਸਮਝ ਲੱਗੀ Yes, sir. ਇਸ ਲਈ ਜੇ ਇਹੀ cos ਦਾ ਹੁੰਦਾ ਨਾ ਤੇ 8004 ਪਹਿਲਾਂ ਲਿਖਿਆ ਹੋਣਾ ਸੀ 7992 ਬਾਅਦ ਚੋਂ ਲਿਖਿਆ ਹੋਣਾ ਸੀ ਅਸੀਂ ਜਦੋਂ ਵੈਲਿਊ ਦੇਖਣੀ ਆ ਅਸੀਂ ਜਦੋਂ ਵੀ ਵੈਲਿਊ ਦੇਖਣੀ ਆ ਅਸੀਂ ਪਹਿਲੀ ਵੈਲਿਊ ਚੁੱਕਣੀ ਆ ਹਮੇਸ਼ਾ ਹੀ ਭਾਵੇਂ sin cos tan ਜਿਹਦਾ ਮਰਜ਼ੀ ਟੇਬਲ ਹੋਵੇ sin tan ਚ ਜਦੋਂ ਚੁੱਕੂਗਾ ਤੇ ਪਹਿਲੀ ਵੈਲਿਊ ਛੋਟੀ ਹੋਏਗੀ ਜਿਹੜੀ ਵੈਲਿਊ ਆਪਾਂ ਦੇਖ ਰਹੇ ਹਾਂ ਜੇ ਪੂਰੀ ਨਹੀਂ ਮਿਲੀ ਤੇ ਜਿਹੜੇ ਦੋ ਵੈਲਿਊਜ਼ ਦੇ ਵਿੱਚ ਤੁਹਾਡੀ ਵੈਲਿਊ ਆਣੀ ਆ ਹਮੇਸ਼ਾ ਅਸੀਂ ਉਸ ਤੋਂ ਛੋਟੀ ਵੈਲਿਊ ਚੁੱਕ ਲੈਣੀ ਆ ਛੋਟੀ ਵੈਲਿਊ ਲੈ ਕੇ ਇਸ ਤੋਂ ਬਾਅਦ ਜਿੰਨਾ ਇਹਨਾਂ ਦੋਨਾਂ ਦਾ ਡਿਫਰੈਂਸ ਹੁੰਦਾ ਇੰਨੀ ਵੈਲਿਊ ਅਸੀਂ ਇਸ ਟੇਬਲ ਦੇ ਇਸ ਪੋਰਸ਼ਨ ਚੋਂ ਜਾ ਕੇ ਲੱਭਣੀ ਆ ਤੇ ਉਸ ਵੈਲਿਊ ਨੂੰ ਇਸ ਵੈਲਿਊ ਚ ਪਲੱਸ ਕਰਨਾ ਪਰ ਜੇ ਇਹੀ ਟੇਬਲ cos ਦਾ ਹੋਵੇ ਇੱਥੇ ਪਹਿਲਾਂ ਵੈਲਿਊ ਵੱਡੀ ਲਿਖੀ ਹੋਏਗੀ 8004 ਲਿਖਿਆ 8004 ਤੇ 8000 ਨੂੰ ਮਾਈਨਸ ਕਰਕੇ ਅਸੀਂ ਡਿਫਰੈਂਸ ਕੱਢ ਲਾਂਗੇ ਕਿੰਨੇ ਦਾ ਫਿਰ ਉਹ ਡਿਫਰੈਂਸ ਇੱਥੇ ਜਿਹੜਾ ਜਾ ਕੇ ਮੇਰੇ ਕੋਲ ਐਸਾ ਚ ਮੈਨੂੰ ਮਾਈਨਸ ਕਰਾ ਕੇ ਮਿਲਦਾ ਪਿਆ ਕਿੰਨੀ ਗੱਲ ਸਮਝ ਲੱਗੀ ਕਿ ਜੋ ਬੋਲਿਆ ਮੈਂ Yes, sir. Yes, sir. ਉਹ ਜਿਹੜੇ ਪਹਿਲੀ ਵਾਰੀ ਸਿੱਖਦੇ ਪਏ ਹੋ ਟੇਬਲ ਨੂੰ ਉਹ ਘੱਟੋ ਘੱਟ ਰਿਸਪੌਂਡ ਜ਼ਰੂਰ ਕਰੋ ਮੈਂ 2 ਤੋਂ 3 ਵਾਰੀ ਅੱਗੇ ਕਰਾਇਆ ਜਿਹੜੇ ਨਵੇਂ ਬੱਚੇ ਹੋ ਜਿਨ੍ਹਾਂ ਨੇ ਅੱਗੇ ਟੇਬਲ ਨਹੀਂ ਸਿੱਖਿਆ ਅੱਜ ਪਹਿਲੀ ਵਾਰੀ ਸਿੱਖਦੇ ਪਏ ਘੱਟੋ ਘੱਟ ਉਹ ਰਿਸਪੌਂਡ ਜ਼ਰੂਰ ਕਰੋ ਮੈਂ ਬਾਰ-ਬਾਰ ਕਹਿ ਰਿਹਾ
ਮੁੜ ਕੇ ਇਹ ਨਾ ਹੋਵੇ ਸਾਰਾ ਕਰਾ ਦੇਵਾਂ ਫੇ ਕਹੋ ਜੀ ਆਪਾਂ ਨੂੰ ਕੁਝ ਨਹੀਂ ਸਮਝ ਲੱਗਿਆ, ਫਿਰ ਔਖਾ ਹੋ ਜਾਏਗਾ ਬੇਟਾ। ਜੇ ਹੁਣ ਡਾਊਟ ਆ ਤੇ ਨਾਲ ਨਾਲ ਪੁੱਛੋ, ਬੋਲੋ ਕਿੱਥੇ ਕਿਹੜੀ ਚੀਜ਼ ਔਖੀ ਲੱਗ ਰਹੀ ਆ। ਇੰਨਾ ਸਮਝ ਲੱਗ ਰਿਹਾ? Yes, sir. ਸਰ ਇੱਕ ਵਾਰੀ Yes, ਦੁਬਾਰਾ ਦੱਸਿਓ ਜਿੱਦਾਂ ਕਿ ਹੋਗੀ ਨਾ ਹੁਣ ਆ ਉਹੀ ਸਾਈਨ ਵਿੱਚ ਕਿੱਦਾਂ ਲਾਈਕ ਆਊਗਾ। ਦੇਖਿਆ, ਹੁਣ ਉਹੀ ਗੱਲ ਹੋ ਗਈ ਨਾ, ਆਪਾਂ ਸਾਰਾ ਖਤਮ ਕਰ ਦੇਣਾ ਸੀ, ਫਿਰ ਤੁਸੀਂ ਕਹਿਣਾ ਸੀ ਸਰ ਦੁਬਾਰਾ ਕਰਾਈਓ। ਜੇ ਪ੍ਰੋਬਲਮ ਆ ਤਾਂ ਗੂੰਗੇ ਬਣ ਕੇ ਨਾ ਬੈਠੋ, ਬੋਲੋ। ਜਿੱਥੇ ਚੀਜ਼ ਦਾ ਡਾਊਟ ਆਂਦਾ ਪੁੱਛ ਲਓ ਨਾਲ ਹੀ, ਉਹ ਜ਼ਿਆਦਾ ਬੈਟਰ ਆ। ਅਸੀਂ ਇਹ ਦੱਸਿਆ ਕਿ ਜਦੋਂ ਸਾਈਨ ਦਾ ਟੇਬਲ ਦੇਖਾਂਗੇ ਜਾਂ ਟੈਨ ਦਾ ਟੇਬਲ ਦੇਖਾਂਗੇ, ਹਮੇਸ਼ਾ ਤੁਹਾਡੀ ਜਿਹੜੀ ਗਿਵਨ ਵੈਲਿਊ ਆਇਡੈਂਟੀਫਾਈ ਕਰਨੀ ਆ ਤੁਸੀਂ। ਜੇ ਉਹ ਸੇਮ ਨਹੀਂ ਹੈਗੀ, ਤੁਹਾਡੀ ਆਹ ਵੈਲਿਊਜ਼ ਜਿਹੜੀ ਆ ਇਹਨਾਂ ਦੋ ਵੈਲਿਊਜ਼ ਦੇ ਇਨ ਬਿਟਵੀਨ ਆ ਗਈ, ਤੁਸੀਂ ਹਮੇਸ਼ਾ ਸਾਈਨ ਤੇ ਟੈਨ ਚੋਂ ਛੋਟੀ ਵੈਲਿਊ ਲੈਣੇ ਹੋ। ਜਾਂ ਸਿੱਧਾ ਜਿਹਾ ਇੱਕ ਰੂਲ ਮੈਂ ਬਾਰ-ਬਾਰ ਕਹਿ ਰਿਹਾ, ਹਮੇਸ਼ਾ ਇਹ ਯਾਦ ਰੱਖੋ, ਜਿੱਥੇ ਤੁਹਾਡੀ ਵੈਲਿਊ ਜਿਹੜੀਆਂ ਦੋ ਵੈਲਿਊਜ਼ ਦੇ ਵਿੱਚ ਆਈ ਆ, ਤੁਸੀਂ ਉਸ ਤੋਂ ਪਹਿਲਾਂ ਲੈਣੀ ਆ ਵੈਲਿਊ ਜਿਹੜੀ ਦਿੱਤੀ। ਸਾਈਨ ਤੇ ਟੈਨ ਚੋਂ ਪਹਿਲਾਂ ਛੋਟੀ ਵੈਲਿਊ ਹੋਊਗੀ, cos ਚੋਂ ਪਹਿਲਾਂ ਜਿਹੜੀ ਵੈਲਿਊ ਵੱਡੀ ਹੋਊਗੀ। ਆਪਾਂ cos ਦੀ ਗੱਲ ਛੱਡ ਲਈ, ਆਪਾਂ ਸਾਈਨ ਦੀ ਗੱਲ ਤੇ ਟੈਨ ਦੀ ਗੱਲ ਹੀ ਕਰਦੇ ਆ। ਜਿਹੜੀ ਵੈਲਿਊ ਮੈਂ ਦੇਖਣੀ ਉਹ 0.8000 ਆ, ਪਰ ਇੱਥੇ ਪੂਰੀ ਵੈਲਿਊ ਹੈ ਨਹੀਂ। ਤੁਸੀਂ ਕੀ ਕਰੋਗੇ, ਆ ਵੈਲਿਊ ਪਿਕ ਕਰ ਲਓਗੇ 7992। 7992 ਕਿੰਨੇ ਡਿਗਰੀ ਕਿੰਨੇ ਮਿੰਟ ਦੇ ਨੀਚੇ ਆ ਉਹ ਨੋਟ ਕਰ ਲਓ। ਇਹਦਾ ਮਤਲਬ ਜੇ ਮੈਂ ਇਸ ਮੂਵਮੈਂਟ ਤੇ ਚੱਲਾਂ, ਠੀਕ ਹੈ ਜੀ, ਆਪਾਂ ਇੱਥੇ ਐਂਗਲ ਹੁਣ ਫਾਈਨਲ ਬਾਅਦ ਚੋਂ ਲਿਖਣਾ, ਆਪਣੇ ਅਕੋਰਡਿੰਗਲੀ 0.7992 ਦੀ ਵੈਲਿਊ sin 63 ਡਿਗਰੀ 12 ਮਿੰਟ ਬਣੀ ਹੈ। ਠੀਕ ਹੈ, ਜਿਹੜੀ ਵੈਲਿਊ ਅਸੀਂ ਦੇਖਣੀ 0.8000, ਠੀਕ ਹੈ ਜੀ, ਉਹਦੀ ਵੈਲਿਊ ਪਤਾ ਨਹੀਂ ਹਜੇ ਕਿੰਨੀ ਹੈ, ਪਰ ਇਹਨਾਂ ਦੋਨਾਂ ਵੈਲਿਊਜ਼ ਦਾ ਡਿਫਰੈਂਸ 8 ਦਾ ਆਂਦਾ ਪਿਆ, ਯਾਨੀ 8 ਦਾ ਡਿਫਰੈਂਸ ਹੈ ਇਹਨਾਂ ਦੋਨਾਂ ਵੈਲਿਊਜ਼। 8 ਵਾਸਤੇ ਤੁਸੀਂ ਕੀ ਕਰਨਾ, ਆ ਮੇਨ ਟੇਬਲ ਛੱਡ ਦੇਣਾ। ਆ ਟੇਬਲ ਦੇ ਅੰਦਰ ਜਿਹੜੀਆਂ 5 ਵੈਲਿਊਜ਼ ਲਿਖੀਆਂ ਹੋਣਗੀਆਂ, ਇੱਥੇ ਜਿਹੜੀਆਂ 5 ਵੈਲਿਊਜ਼ ਹੋਣਗੀਆਂ, ਇਹਦੇ ਵਿੱਚੋਂ ਵੈਲਿਊਜ਼ ਲੋਕੇਟ ਕਰੋ। ਠੀਕ ਹੈ ਜੀ, ਕਿਆ 8 ਪੂਰਾ ਮਿਲਦਾ? ਮੰਨ ਲਓ ਇੱਥੇ ਇੱਕ ਵੈਲਿਊ 5 ਲਿਖੀ, ਇੱਕ 8 ਲਿਖੀ, ਇੱਕ 10 ਲਿਖੀ, ਇੱਥੇ ਇੱਕ 1 ਲਿਖੀ, ਇੱਕ 3 ਲਿਖੀ, ਕੁਝ ਵੀ ਲਿਖ ਦਿੱਤਾ ਮੈਂ ਆਪਣੇ ਕੋਲ। ਹੁਣ ਜਦੋਂ ਤੁਸੀਂ ਵੈਲਿਊਜ਼ ਦੇਖਦੇ ਪਏ, ਤੁਹਾਡਾ ਇਹਨਾਂ ਦੋਨਾਂ ਵੈਲਿਊਜ਼ ਦੇ ਵਿੱਚ ਡਿਫਰੈਂਸ 8 ਦਾ ਵਾ। ਠੀਕ ਹੈ, ਯਾਨੀ 8 ਵੈਲਿਊ ਸ਼ਾਰਟ ਆਂਦੀ ਪਈ ਆ। ਤੁਸੀਂ ਕੀ ਕਰੋ, ਇਸ ਵੈਲਿਊ ਚ ਆ 4 ਦੇ ਨੀਚੇ ਜਿਹੜਾ 8 ਡਿਫਾਈਨਡ ਦਾ ਨੰਬਰ ਹੈ ਨਾ, ਇਹ ਵੈਲਿਊਜ਼ ਇਹ ਚ ਪਲੱਸ ਕਰ ਲਓ। ਜੇ ਮੈਂ 7992 ਚ 8 ਪਲੱਸ ਕਰ ਲਵਾਂ, ਠੀਕ ਹੈ, ਇਹ ਮੇਰਾ ਪਲੱਸ ਕਰਕੇ ਪੂਰਾ 8000 ਹੋ ਜਾਏਗਾ। ਤੇ ਜਿੰਨੇ ਦੇ ਨੀਚੇ ਲਿਖੀ ਆ 4 ਮਿੰਟ, ਇਹ 4 ਮਿੰਟ ਜਿਹੜੇ ਨੇ ਉਹ ਇਸ 12 ਮਿੰਟ ਚ ਪਲੱਸ ਕਰ ਦਿਓ। ਜਿੰਨੇ ਦੇ ਨੀਚੇ ਆ ਵੈਲਿਊ ਆਈ ਆ, ਹੈ ਨਾ, ਤੇ ਜਿੰਨੇ ਦੇ ਨੀਚੇ ਆ ਵੈਲਿਊ ਆਈ ਆ, ਵੈਲਿਊ ਚ ਵੈਲਿਊ ਪਲੱਸ ਕਰ ਦਿਓ ਤੇ ਮਿੰਟ ਚ ਮਿੰਟ ਪਲੱਸ ਕਰ ਦਿਓ। ਇਹਦਾ ਮਤਲਬ ਮੇਰਾ ਜਿਹੜਾ ਐਂਗਲ ਹੋਏਗਾ ਉਹ 63 ਡਿਗਰੀ ਇਹਦੇ ਕੋਰਸਪੋਂਡਿੰਗ ਆਇਆ ਸੀ। ਇਹ ਚ 4 ਮਿੰਟ ਪਲੱਸ ਕਰ ਲੈ, ਇਹ ਚ ਜਿਹੜਾ 8 ਸੀਗਾ, ਜਿਹੜਾ ਆ 8 ਆਇਆ ਵਾ, ਠੀਕ ਹੈ, ਉਹ ਇਸ ਦੇ ਵਿੱਚ ਪਲੱਸ ਕਰ ਲਿਆ, ਯਾਨੀ 0.0008 ਪਲੱਸ ਕਰ ਲਓ। ਆਪਣੀ ਇਹ ਵੈਲਿਊ 0.8000 ਪੂਰੀ ਹੋ ਗਈ। ਠੀਕ ਹੈ, ਮਿੰਟ ਇਹ ਚ ਪਲੱਸ ਹੋ ਗਏ, ਇਹਦਾ ਮਤਲਬ ਆਪਣਾ ਐਂਗਲ sin 63 ਡਿਗਰੀ 16 ਮਿੰਟ ਬਣ ਗਿਆ। ਆ ਮੇਰਾ ਇਹਦਾ ਮਤਲਬ ਐਂਗਲ ਆਏਗਾ। ਕੀ ਗੱਲ ਸਮਝ ਆਈ? Yes, sir. ਹਾਂਜੀ ਸਰ। ਹਾਂਜੀ Yes, sir. sir. ਓਕੇ ਜੀ, ਹੁਣ ਇਹ ਸਾਈਨ ਦਾ ਟੇਬਲ ਆ ਤੇ ਟੈਨ ਦਾ ਟੇਬਲ ਆ, ਦੋਨਾਂ 'ਚ ਇਹੀ ਰੂਲ ਆ, ਕੋਈ ਵੀ ਨਹੀਂ ਫਰਕ, ਕੁਝ ਵੀ ਨਹੀਂ ਫਰਕ, ਇਸੇ ਵੇ ਨਾਲ ਦੋਨਾਂ ਦੇ ਵਿੱਚ ਚੱਲੇਗਾ। ਕਿਸੇ ਮੂਵਮੈਂਟ ਤੇ ਥੋੜਾ ਜਿਹਾ ਹੋਰ ਆਪਾਂ ਇਹ 'ਚ ਪੋਸਿਬਿਲਿਟੀ ਬਣਾਣੇ। ਮੰਨ ਲਓ ਜਿਹੜੀ ਵੈਲਿਊ ਤੁਸੀਂ ਲੈਣੇ ਪਏ ਹੋ, ਠੀਕ ਹੈ ਜੀ, ਇੱਥੇ ਇੱਕ ਵੈਲਿਊ 7 ਆ ਗਈ, ਇੱਥੇ ਇੱਕ ਵੈਲਿਊ 9 ਆ ਗਈ। ਤੁਸੀਂ ਦੇਖਦੇ ਸੀ 8 ਹੈ ਹੀ ਨਹੀਂ। ਜਦੋਂ 8 ਨਹੀਂ ਹੈਗਾ, ਤੁਸੀਂ ਉਸ ਮੂਵਮੈਂਟ ਤੇ ਉਹਦੇ ਕਲੋਜ਼ ਵੈਲਿਊ ਲੈ ਲੈਣੀ ਆ, ਦੋਨਾਂ ਵਿੱਚੋਂ ਜਿਹੜੀ ਜ਼ਿਆਦਾ ਕਲੋਜ਼ਰ ਆ। ਇਸ ਵੇਲੇ 7 ਔਰ 9 ਦੋਨੋਂ ਬਰਾਬਰ ਦੇ ਗੈਪ ਤੇ ਆ 8 ਤੋਂ। ਇਸ ਕਰਕੇ ਜਦੋਂ ਦੋਨੋਂ ਬਰਾਬਰ ਦੇ ਗੈਪ ਤੇ, ਭਾਵੇਂ 7 ਚੁੱਕੇ, ਠੀਕ ਹੈ, ਭਾਵੇਂ 9 ਚੁੱਕੇ, ਦੋਨਾਂ ਚੋਂ ਜਿਹੜੀ ਮਰਜ਼ੀ ਵੈਲਿਊ ਚੁੱਕ ਕੇ ਨਾ ਐਡਜਸਟ ਕਰ ਲਓ। ਠੀਕ ਹੈ, ਤੁਹਾਡਾ ਐਂਗਲ ਅਪਰੋਕਸੀਮੇਟਲੀ ਕਹਿੰਦਾ ਜੀ ਉਹਦੇ ਇਕੁਇਵਲੈਂਟ ਆ ਜਾਏਗਾ। ਠੀਕ ਹੈ, ਜੇ ਇੱਕ ਦਾ ਡਿਫਰੈਂਸ 7 ਦਾ, ਇੱਕ ਦਾ ਡਿਫਰੈਂਸ 7, ਇੱਥੇ ਆਪਾਂ ਮੰਨ ਲਓ ਆ ਵੈਲਿਊਜ਼ ਲਿਖੀਆਂ, ਆਪਾਂ 8 ਲੈਣਾ ਸੀ, 8 ਹੈ ਨਹੀਂ, ਇੱਕ 7 ਹੈ, ਇੱਕ 10 ਵਾ। ਹੁਣ ਜਿਹੜੀ ਜ਼ਿਆਦਾ ਨੀਅਰ ਬਾਈ ਵੈਲਿਊ ਉਹ 7 ਵਾਲੀ ਆ, ਇਸ ਲਈ ਤੁਸੀਂ 7 ਵਾਲੀ ਵੈਲਿਊ ਜਿੰਨੇ ਮਿੰਟ ਦੇ ਨੀਚੇ ਆ ਮਿੰਟ ਤੁਸੀਂ ਤੇ ਆ ਵੈਲਿਊ ਜਿਹੜੀ ਆ ਉਹ ਤੁਸੀਂ ਇੱਥੇ ਯੂਜ਼ ਕਰਨੀ ਆ। ਇਹ ਨਹੀਂ ਗੱਲ ਸਮਝ ਲੱਗੀ? Yes, sir. Yes. Yes, sir. Yes, sir. ਚਲ ਹੁਣ ਜੇ ਇਹ ਟੇਬਲ ਮੇਰੇ ਕੋਲ cos ਦਾ ਹੋਇਆ, sin tan ਛੱਡ ਦਿੱਤੇ ਹੁਣ ਆਪਾਂ। ਹੁਣ ਇਹਦਾ ਹੀ ਇੱਕ, ਚਲੋ ਮੈਂ ਇੱਕ ਵਾਰੀ ਫੇਰ ਇੱਕ ਚੀਜ਼ ਐਡ ਕਰ ਰਿਹਾ। ਹੁਣ ਇਸੇ ਚੀਜ਼ ਨੂੰ ਰਿਵਰਸ ਲੈ ਲਓ। ਮੰਨ ਲਓ ਮੈਨੂੰ ਕਿਸੇ ਨੂਮੈਰੀਕਲ ਦੇ ਅੰਦਰ ਉੱਥੇ ਇਦਾਂ ਲਿਖ ਕੇ ਦਿੱਤਾ sin 63 ਡਿਗਰੀ 16 ਮਿੰਟ ਆ, ਤੇ ਮੈਨੂੰ ਇਹਦੀ ਵੈਲਿਊ ਚਾਹੀਦੀ ਆ ਨੂਮੈਰੀਕਲ ਚ। ਹੁਣ ਆਪਾਂ ਥੀਟਾ ਲੱਭ ਲਿਆ,
ਠੀਕ ਹੈ ਥੀਟਾ ਲੱਭਣ ਤੋਂ ਬਾਅਦ ਉਹ ਥੀਟਾ ਦੀ ਵੈਲਿਊ ਮੰਨ ਲਓ ਆਪਾਂ ਕਿਸੇ ਇਕੁਏਸ਼ਨ 'ਚ ਯੂਜ਼ ਕਰਦੇ ਪਏ ਆ t sin θ = mg ਆ t cos θ = f ਆ ਥੀਟਾ ਲੱਭ ਲਿਆ ਇੱਕ ਮੈਥਡ ਨਾਲ ਹੁਣ ਇੱਥੇ t sin θ 'ਚ ਜਦੋਂ ਮੈਂ sin 63 ਡਿਗਰੀ 16 ਮਿੰਟ ਭਰਾਂ ਇਹਦੀ ਵੈਲਿਊ ਦੇਖਣੀ ਆ ਤੇ ਉਹਦੀ ਵੈਲਿਊ ਦੇਖਣ ਦਾ ਆਈ ਮੈਥਡ ਹੋਏਗਾ 63 ਡਿਗਰੀ 16 ਮਿੰਟ ਤੇ ਮੈਂ ਜਾਣਾ ਠੀਕ ਹੈ 16 ਮਿੰਟ ਇੱਥੇ ਕਿਤੇ ਨਹੀਂ ਪਏ ਤੁਸੀਂ ਇਹੀ ਸੇਮ ਮੈਥਡ ਨਾਲ 63 ਡਿਗਰੀ 12 ਮਿੰਟ ਦੀ ਵੈਲਿਊ ਦੇਖ ਲਓ ਠੀਕ ਹੈ ਜਿਹੜਾ 4 ਮਿੰਟ ਦਾ ਇੰਨਾ ਗੈਪ ਹੈਗਾ 4 ਮਿੰਟ ਦੇ ਨੀਚੇ ਜੋ ਵੈਲਿਊ ਹੋਏਗੀ ਉਹ ਵੈਲਿਊ ਵਿੱਚ ਪਲੱਸ ਕਰ ਲਓ ਜਿੰਨਾ ਨੰਬਰ ਬਣ ਗਿਆ ਇਹਦੇ ਨਾਲ ਤੁਹਾਡੇ 63 ਡਿਗਰੀ 16 ਮਿੰਟ ਦੀ ਉਹ ਵੈਲਿਊ ਆ ਜਾਏਗੀ ਗੱਲ ਸਮਝ ਆਈ Yes, sir. Yes, sir. ਵੈਲਿਊ ਦਿੱਤੀ ਆ ਜੇ ਐਂਗਲ ਦਿੱਤਾ ਤੇ ਉਹਦੀ ਵੈਲਿਊ ਕਿੱਦਾਂ ਦੇਖਣੀ ਕਿ ਇੰਨੀ ਗੱਲ ਸਮਝ ਲੱਗੀ Yes, sir. Yes, sir. ਜਲਦੀ Yes, sir. ਆਪਾਂ ਖਤਮ ਕਰ ਰਹੇ ਗੱਲ ਨੂੰ ਜੇ ਹੁਣ ਇਹੀ ਟੇਬਲ cos ਦਾ ਹੋਵੇ ਬੇਟਾ ਤੇ cos ਦੇ ਅੰਦਰ ਆਪਣੀ ਇਹੀ ਕੰਡੀਸ਼ਨ ਰਿਵਰਸ ਹੋਏਗੀ ਇੱਥੇ ਹੋਏਗਾ ਜੀ 0.8004 ਔਰ ਇੱਥੇ ਹੋਏਗਾ 0.7992 ਹੁਣ ਤੁਸੀਂ ਵੈਲਿਊ ਫੇਰ ਇਹੀ ਦੇਖਣੀ ਮੰਨ ਲਓ ਇਹ ਮੇਰੇ ਕੋਲ cos θ ਦੇ ਬਰਾਬਰ ਆਈ ਹੈ ਵੈਲਿਊ ਹੁਣ ਜਦੋਂ ਮੈਂ ਇਹਦੀ ਵੈਲਿਊ cos ਦੇ ਟੇਬਲ 'ਚ ਦੇਖਣੀ ਆ ਤੇ ਹਮੇਸ਼ਾ ਕੀ ਹੋਏਗਾ ਜੇ ਪੂਰੀ ਵੈਲਿਊ ਨਹੀਂ ਮਿਲਦੀ ਤੇ ਹਮੇਸ਼ਾ ਤੁਸੀਂ ਜਿਹੜੀ ਆ ਉਹ ਐਸ ਉਸ ਤੋਂ ਵੱਡੀ ਵੈਲਿਊ ਲੈਣੀ ਹੈ ਹੁਣ ਤੁਹਾਡੀ 8000 ਇਹਦੇ ਇਨਵਰਟ b ਦੀ ਫੇਰ ਆਇਆ ਠੀਕ ਹੈ ਤੇ ਉਹੀ ਲਾਈਨ ਤੇ ਵਾਪਸ ਆ ਜਾਓ sin ਆ cos ਆ tan ਆ ਅਸੀਂ ਜਦੋਂ ਪੂਰੀ ਵੈਲਿਊ ਨਹੀਂ ਮਿਲਦੀ ਤਾਂ ਅਸੀਂ ਪਹਿਲੋਂ ਜਿਹੜੀ ਵੈਲਿਊ ਆਈ ਹੈ ਉਹ ਲੈਣੀ ਹੈ sin ਤੇ tan ਦੇ ਟੇਬਲ 'ਚ ਪਹਿਲੋਂ ਛੋਟੀ ਆਣੀ ਆ cos ਦੇ ਟੇਬਲ 'ਚ ਪਹਿਲੋਂ ਵੱਡੀ ਆਣੀ ਤੇ ਜੇ ਵੱਡੀ ਵੈਲਿਊ ਆ ਗਈ ਹੁਣ 8000 ਚਾਹੀਦੀ 8004 ਆਈ ਆ ਤੁਸੀਂ ਕੀ ਕਰੋ ਆ ਟੇਬਲ 'ਚ ਜਾਓ ਠੀਕ ਹੈ ਜੀ ਇੱਥੇ ਮੈਨੂੰ 4 ਨਹੀਂ ਕਿਤੇ ਵੀ ਲਿਖਿਆ ਦਿਖਿਆ ਜਿਹਦਾ 4 ਪੂਰਾ ਮਿਲ ਜੇ ਠੀਕ ਆ ਨਹੀਂ ਤੇ ਫਿਰ ਉਸ ਤੋਂ ਜਿਹੜਾ ਨੇਬਰਿੰਗ ਉਹਦੇ ਨੀਅਰ ਬਾਈ ਵੈਲਿਊ ਲੈ ਲਓ ਆਪਾਂ 3 ਲੈ ਕੇ 3 ਇਹ ਚੋਂ ਮਾਈਨਸ ਕਰ ਦੇਣਾ ਉੱਥੇ ਮੀਨ ਡਿਫਰੈਂਸ ਪਲੱਸ ਹੁੰਦੇ ਆ sin tan 'ਚ ਇੱਥੇ ਮੀਨ ਡਿਫਰੈਂਸ ਮਾਈਨਸ ਹੋਣੇ ਆ 3 ਨੂੰ ਇਹ ਚੋਂ ਮਾਈਨਸ ਕਰ ਦੋ ਤੇ ਜੇ ਮੈਂ ਮਾਈਨਸ ਕਰ ਦਵਾਂ ਤੇ ਮੇਰੇ ਕੋਲ ਇਹਦੇ ਐਂਗਲ ਦੀ ਵੈਲਿਊ ਆ ਗਈ 0.8004 ਇਹ ਚੋਂ ਮੈਂ ਆ 0.003 ਮਾਈਨਸ ਕਰਾ ਲਵਾਂ ਤੇ ਮੇਰੇ ਕੋਲ ਵੈਲਿਊ 0.8001 ਦੀ ਆ ਗਈ ਅਸੀਂ ਇਹ ਮੰਨਦੇ ਆਲਮੋਸਟ 0.8001 ਤੇ 0.8000 ਆਲਮੋਸਟ ਸੇਮ ਆ ਹੁਣ ਕਰਨਾ ਕੀ ਆ ਵੈਲਿਊ ਮਾਈਨਸ ਹੋ ਗਈ ਠੀਕ ਹੈ ਪਰ ਆ ਜਿੰਨੇ ਮਿੰਟ ਦੇ ਨੀਚੇ ਆ ਇਹ ਮਿੰਟ ਮਾਈਨਸ ਨਹੀਂ ਹੋਣੇ ਟੇਬਲ sin cos tan ਜਿਹਦਾ ਮਰਜ਼ੀ ਹੋਵੇ ਠੀਕ ਹੈ ਵੈਲਿਊ ਮਾਈਨਸ ਹੋਣੀ ਜਾਂ ਪਲੱਸ ਹੋਣੀ ਉਹ ਡਿਪੈਂਡ ਕਰੇਗਾ ਟੇਬਲ sin cos tan ਕਿਹਦਾ ਪਰ ਮਿੰਟ ਪਲੱਸ ਹੀ ਹੋਣੇ ਇਸ ਲਈ ਆ ਜਿਹੜੀ ਵੈਲਿਊ ਆਈ ਸੀਗੀ 63 ਡਿਗਰੀ 12 ਮਿੰਟ ਠੀਕ ਹੈ ਜੀ ਇਹਦੇ ਵਿੱਚ ਆ 2 ਮਿੰਟ ਪਲੱਸ ਕਰ ਦੋ ਆਪਣਾ ਐਂਗਲ ਜਿਹੜਾ ਹੋਏਗਾ ਉਹ 63 ਡਿਗਰੀ 14 ਮਿੰਟ ਆ ਜੀ ਕਲੀਅਰ ਹੈ ਗੱਲ Yes, sir. Yes, sir. ਸਾਰਿਆਂ ਨੂੰ ਗੱਲ ਸਮਝ ਲੱਗੀ ਜਲਦੀ ਜਲਦੀ ਬੋਲੋ ਆਪਾਂ ਇਸੇ ਆਈਡੀ ਤੇ ਖਤਮ ਕਰੀਏ ਇਸ ਗੱਲ ਨੂੰ Yes, sir. Yes, Yes, sir. Yes, sir. ਟੇਬਲ ਦੇਖਣਾ ਆਜੋ ਹੁਣ ਸਾਰਿਆਂ ਨੂੰ sin tan cos ਜਿਹੜਾ ਹੋਵੇ ਮਰਜੀ ਟੇਬਲ ਹੋ ਜਾਏਗਾ ਹਾਂਜੀ sir. Yes, sir. ਹਾਂਜੀ sir. Yes, sir. ਆਈਡੀਆ Yes, sir.